ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜੀਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਥਿਰੁਹੰਤ ਨਾ ਕਿਨਹੀ ਲਈਐ ਰਹਾਉ, ਕੋਟ ਪੁਰਾਦ ਹਮਾਰੇ ਖੰਡੋ। ਅਨਕ ਵਿਧि ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨਿਹਾਰ ਦਿਆਲਾ। ਨਾਨਕ ਘਰ ਕੇ ਗੋਲੇ, ਰਾਖੋ ਰਾਖਨਿਹਾਰ ਦਿਆਲਾ। ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਮਿਹਰ ਬਖਸ਼ਿਸ਼ ਕਿਰਪਾ ਕੀਤੀ ਹੈ। ਸੋ ਆਪ ਸਮੁੱਚੀਆਂ ਸੰਗਤਾਂ ਨੂੰ ਵੈਸਾਖੀ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਖਾਲਸਾ ਕੀ ਹੈ? ਖਾਲਸਾ ਅਕਾਲ ਪੁਰਖ ਕੀ ਫੌਜ ਵੈ ਪ੍ਰਗਟਿਓ, ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਅਕਾਲ ਪੁਰਖ ਦੀ ਸੋਚ ਵਿੱਚੋਂ, ਖਾਲਸਾ ਅਕਾਲ ਪੁਰਖ ਦੀ ਮੌਜ ਵਿੱਚੋਂ ਪ੍ਰਗਟ ਹੋਇਆ ਹੈ। ਫਿਰ ਬੇਨਤੀ ਕਰਾਂ, ਖਾਲਸਾ ਅਕਾਲ ਪੁਰਖ ਦੀ ਸੋਚ ਵਿੱਚੋਂ ਖਾਲਸਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਲੋਕਾਂ ਨੂੰ ਪੁੱਛ ਕੇ ਨਹੀਂ ਬਣਾਇਆ ਵੀ ਬਣਾਈਏ ਜਾਂ ਨਾ ਬਣਾਈਏ। ਖਾਲਸਾ ਅਕਾਲ ਪੁਰਖ ਕੀ ਫੌਜ ਵਹਿ ਪ੍ਰਗਟਿਓ, ਖਾਲਸਾ ਪਰਮਾਤਮ ਕੀ ਮੌਜ, ਉਹਦੀ ਮੌਜ ਦੇ ਵਿੱਚੋਂ ਪ੍ਰਗਟ ਹੋਇਆ। ਤੇ ਮੈਂ ਅੱਜ ਖਾਲਸੇ ਦੇ ਸੰਬੰਧ ਦੇ ਵਿੱਚ ਹੀ ਬੇਨਤੀ ਕਰਾਂਗਾ। ਗੱਲ ਹੋਵੇਗੀ ਗੁਰੂ ਦੀ, ਗੁਰਮਤਿ ਦੀ ਤੇ ਗੁਰੂ ਦੇ ਇਤਿਹਾਸ ਦੀ। ਚੰਗੀ ਉਹਨੂੰ ਲੱਗੇਗੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦਾ ਹੈ, ਦੂਜੇ ਨੂੰ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ, ਸਾਰੇ ਪੜ੍ਹੋ ਇੱਕ ਵਾਰੀ ਮਿਲ ਕੇ, ਤਾਂ ਕਿ ਇਹ ਗੱਲ ਪੜ੍ਹੀ ਹੋਈ ਤੋਂ ਤੁਸੀਂ ਬਾਅਦ ਵਿੱਚ ਮੁੱਕਰ ਨਾ ਸਕੋ ਵੀ ਮੈਂ ਤਾਂ ਪੜ੍ਹੀ ਨਹੀਂ। ਜਬ ਲਗ ਖਾਲਸਾ ਰਹਿ ਨਿਆਰਾ, ਜਬ ਲਗ ਖਾਲਸਾ ਰਹਿ ਨਿਆਰਾ। ਜਬ ਲਗ ਜਬ ਲਗ ਖਾਲਸਾ ਰਹਿ ਨਿਆਰਾ, ਜਬ ਲਗ ਖਾਲਸਾ ਰਹਿ ਨਿਆਰਾ। ਜਬ ਲਗ ਤਬ ਲਗ ਤੇਜ ਦਿਓ ਮੈਂ ਸਾਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਤਬ ਲਗ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰਦੇਵ ਦਾ ਪਾਵਨ ਬਚਨ। ਜਬ ਲਗ ਜਦੋਂ ਤੱਕ ਖਾਲਸਾ ਰਹਿ ਨਿਆਰਾ, ਨਿਆਰਾ ਤੋਂ ਭਾਵ ਹੈ ਵੱਖਰਾ।
ਤੇ ਵਖੇਰਵਾਂ ਅਸੀਂ ਕੋਈ ਸਰੀਰ ਕਰਕੇ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਬੋਲਾਂ ਦੇ ਵਿੱਚ ਬੜੀ ਮਹੱਤਵਪੂਰਨ ਗੱਲ ਰਮਜ ਪਿੱਛੇ ਰਹੱਸ ਛੁਪਿਆ ਹੈ। ਤੋ ਇੱਥੇ ਮੈਂ ਆਵਾਂਗਾ। ਕੱਲ ਆਪਾਂ ਅਰਜ਼ ਕੀਤੀ ਸੀ ਕਿ ਬਾਜਾਂ ਵਾਲੇ ਸਤਿਗੁਰੂ ਪੌਂਟਾ ਭੰਗਾਣੀ ਦੇ ਯੁੱਧ ਦੀ ਸਮਾਪਤੀ ਤੋਂ ਬਾਅਦ ਜਦੋਂ ਮੇਰੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਹਨ ਤਾਂ ਮੇਰੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ, ਤੁਸੀਂ ਆਨੰਦਗੜ੍ਹ ਸਾਹਿਬ ਜਾਂਦੇ ਹੋ। ਆਨੰਦਗੜ੍ਹ ਦਾ ਜਿਹੜਾ ਕਿਲ੍ਹਾ ਹੈ ਨਾ, ਕਈ ਦਫਾ ਤੁਸੀਂ ਗਏ ਹੋ ਜਿਹੜੇ ਸੱਜਣ, ਤੇ ਜਦੋਂ ਅੰਦਰ ਤੁਸੀਂ ਐਂਟਰ ਕਰੋਗੇ ਸਾਹਮਣੇ ਇੱਕ ਕਮਰਾ ਬਣਿਆ ਹੈ ਤੇ ਉਸ ਕਮਰੇ ਦੇ ਵਿੱਚ ਇੱਕ ਥੜਾ ਹੈ ਤੇ ਉਸ ਕਮਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਰਿਹਾਇਸ਼ ਹੁੰਦੀ ਸੀ। ਰਿਹਾਇਸ਼ ਮੈਂ ਤੇ ਉਹ ਗੱਲ ਗੁਰੂ ਮੇਰੇ ਤੋਂ ਕਹਾਉਂਦੇ ਨੇ ਜਦੋਂ ਮੈਂ ਇੱਥੇ ਬੈਠ ਕੇ ਬੋਲਦਾ। ਅਸੀਂ ਕਦੇ ਮਨਾਂ ਵਿੱਚ ਇਹ ਖਿਆਲ ਕੀਤਾ ਕਿ ਉਸ ਕਮਰੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਗੁਰੂ ਦੀ ਰਿਹਾਇਸ਼ ਸੀ। ਅਸੀਂ ਤਾਂ ਪਹਾੜਾਂ ਵਿੱਚ ਲੱਭਣ ਜਾਂਦੇ ਹਾਂ ਜਿਉਣੇ ਮੋੜ ਦੀਆਂ ਸਮਾਧਾਂ ਨੂੰ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸ ਰਿਹਾਇਸ਼ ਤੋਂ ਲੈਣਾ ਕੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਕਮਰੇ ਦੇ ਵਿੱਚ ਬੈਠੇ ਤੇ ਗੁਰਦੇਵ ਨੇ ਨਾਲ ਦੇ ਗੁਰਸਿੱਖਾਂ ਨੂੰ ਇਹ ਕਹਿ ਦਿੱਤਾ ਕਿ ਜਿੰਨਾ ਚਿਰ ਅਸੀਂ ਆਪ ਦਰਵਾਜ਼ਾ ਇਹ ਕੁੰਡੀ ਨਾ ਖੋਲੀਏ ਓਨਾ ਚਿਰ ਤੁਸੀਂ ਇਹ ਦਰਵਾਜ਼ਾ ਖੜਕਾਉਣਾ ਨਹੀਂ। ਇਤਿਹਾਸ ਇਹ ਕਹਿੰਦਾ ਹੈ 10 ਦਿਨ ਬਤੀਤ ਹੋ ਗਏ, 15 ਦਿਨ ਬਤੀਤ ਹੋ ਗਏ, ਲਗਭਗ 19 ਦਿਨ ਹੋ ਗਏ ਤੇ 20ਵਾਂ ਦਿਨ ਸ਼ੁਰੂ ਹੋ ਚੁੱਕਿਆ ਸੀ ਤੇ ਜਿਹੜੀ ਸੰਗਤ ਸੀ ਉਹਨਾਂ ਦੇ ਅੰਦਰ ਹਲਚਲ ਮਚਣੀ ਸ਼ੁਰੂ ਹੋ ਗਈ ਕਿ ਹੈ ਇੰਨੇ ਦਿਨ। ਕੋਈ ਨਿਆਣਾ 1 ਦਿਨ 2 ਦਿਨ ਬਾਪੂ ਘਰੋਂ ਬਾਹਰ ਚੱਲ ਜੇ ਫਿਕਰ ਹੁੰਦਾ, ਫੋਨ ਕਰਕੇ ਪੁੱਛਦੇ ਆ, ਪਰ ਉਹ ਤਾਂ ਗੁਰੂ ਨੇ। ਹੁਣ ਮਨ ਵਿੱਚ ਆਇਆ ਵੀ ਇੰਨੇ ਦਿਨ ਹੋ ਗਏ ਪਰ ਗੁਰੂ ਦਾ ਹੁਕਮ ਇਹ ਵੀ ਹੈ ਕਿ ਦਰਵਾਜ਼ਾ ਨਹੀਂ ਖੜਕਾਉਣਾ ਜਿੰਨਾ ਚਿਰ ਅਸੀਂ ਆਪ ਅੰਦਰੋਂ ਕੁੰਡੀ ਨਾ ਖੋਲੀਏ, ਤੁਸੀਂ ਆਵਾਜ਼ ਵੀ ਨਹੀਂ ਦੇਣੀ। ਤੇ ਉਸ ਸਮੇਂ ਗੁਰਸਿੱਖਾਂ ਨੇ ਕੀ ਕੀਤਾ ਤੇ ਕੀ ਕੀਤਾ ਹੋਵੇਗਾ। ਹੋ ਸਕਦਾ ਹੈ ਗੁਰੂ ਦੇ ਇਸ 20 ਦਿਨ ਕਮਰੇ ਵਿੱਚ ਬੈਠਣ ਤੇ ਤਾਂ ਸਾਨੂੰ ਸ਼ੱਕ ਹੋ ਜੇ, ਪਰ ਕੋਈ 40 ਦਿਨ ਬਾਬਾ ਭੋਰੇ ਵਿੱਚ ਬੈਠਾ ਤੇ ਫਿਰ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਸਾਨੂੰ, ਪਰ ਗੁਰੂ ਤੇ ਸ਼ੱਕ ਹੋ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਫਿਰ ਉਸ ਸਮੇਂ ਕਹਿੰਦੇ ਵੀ ਦਰਵਾਜ਼ਾ ਬੰਦ ਹੈ, ਨਹੀਂ ਖੁੱਲ੍ਹਦਾ। ਤੇ ਮਾਤਾ ਗੁਜਰੀ ਜੀ ਦੇ ਕੋਲ ਗਏ, ਮਾਤਾ ਜੀ ਇੰਨੇ ਦਿਨ ਹੋ ਗਏ ਨੇ ਦਰਵਾਜ਼ਾ ਨਹੀਂ ਅੰਦਰੋਂ ਖੋਲਦੇ, ਕਿਉਂਕਿ ਸਾਨੂੰ ਹੁਕਮ ਹੈ ਵੀ ਸਿੱਖਾਂ ਨੇ ਨਹੀਂ ਖੜਕਾਉਣਾ, ਪਰ ਮਾਤਾ ਨੂੰ ਤੇ ਨਹੀਂ ਨਾ ਹੁਕਮ ਵੀ ਤੂੰ ਨਹੀਂ ਖੋਲਣਾ। ਕਹਿੰਦੇ ਮਾਤਾ ਜੀ ਗਏ, ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੋਲਿਆ ਕਲਗੀਧਰ ਦਸ਼ਮੇਸ਼ ਪਿਤਾ ਨੇ 20ਵੇਂ ਦਿਨ ਤਾਂ ਕੀ ਵੇਖਿਆ ਕਿ ਅੰਦਰ ਚਿੱਠੀਆਂ ਦੇ ਢੇਰ ਲੱਗੇ ਪਏ ਹੋਏ ਨੇ। ਅੰਦਰ ਕੀ ਵੇਖਿਆ, ਕਮਰੇ ਦੇ ਵਿੱਚ ਦੀਵਾਰਾਂ ਦੇ ਉੱਪਰ ਕੁਝ ਨਕਸ਼ੇ ਲਿਖੇ ਨੇ ਤੇ ਕੁਝ ਨਕਸ਼ੇ ਮਿਟਾਏ ਜਾ ਰਹੇ ਨੇ। ਹੁਣ ਮਾਂ ਪੁੱਛਦੀ ਹੈ ਕਿ ਪੁੱਤਰਾ ਇਹ ਕੀ ਹੈ, ਇੰਨੀਆਂ ਚਿੱਠੀਆਂ ਕਿਉਂ ਲਿਖੀਆਂ, ਕਿਹਦੇ ਵਾਸਤੇ, ਕਿਹਨੂੰ ਪਾਉਣੀਆਂ ਨੇ। ਤੇ ਇਹ ਨਕਸ਼ੇ ਜਿਹੜੇ ਕੁਝ ਦੀਵਾਰਾਂ ਤੇ ਲਿਖੇ ਨੇ, ਕੁਝ ਬਣਾ ਦਿੱਤੇ, ਮਿਟਾ ਦਿੱਤੇ, ਇਹਦੀ ਵਜ੍ਹਾ ਕੀ ਹੈ। ਤੇ ਹੁਣ ਸਤਿਗੁਰੂ ਜੀ ਦੱਸਦੇ ਨੇ, ਕਹਿੰਦੇ ਮਾਤਾ ਜੀ ਆਹ ਜਿਹੜੀਆਂ ਚਿੱਠੀਆਂ ਨੇ ਨਾ, ਇਹ ਸਾਰੀਆਂ ਚਿੱਠੀਆਂ ਸਿੱਖ ਸੰਗਤਾਂ ਨੂੰ ਲਿਖ ਕੇ ਭੇਜਣੀਆਂ ਨੇ ਕਿ ਤੁਸੀਂ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਹੁਮ ਹੁਮਾ ਕੇ ਪਹੁੰਚੋ। ਤੇ ਪੁੱਤਰ ਜੀ ਆਹ ਜਿਹੜੇ ਦੀਵਾਰਾਂ ਤੇ ਨਕਸ਼ੇ ਬਣੇ ਨੇ ਤੇ ਜਿਹੜੇ ਮਿਟਾਏ ਨੇ, ਤੇ ਇਹਦਾ ਕੀ ਮਤਲਬ ਹੈ। ਇਹ ਨਹੀਂ ਵੀ ਮਾਤਾ ਜੀ ਨਹੀਂ ਜਾਣਦੇ, ਜਾਣਦੇ ਹੀ ਨਹੀਂ, ਪਰ ਇੱਕ ਸਵਾਲ ਹੈ ਜਿਹੜਾ ਸਾਡੇ ਤੱਕ ਪਹੁੰਚੇਗਾ। ਇਹ ਪੁੱਤਰ ਨਕਸ਼ੇ ਬਣਾ ਕੇ ਮਿਟਾਏ ਕਿਉਂ, ਕੁਝ ਬਣਾ ਕਿਉਂ ਦਿੱਤੇ। ਤਾਂ ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਕੁਝ ਨਕਸ਼ੇ ਉਹ ਮਿਟਾ ਦਿੱਤੇ ਜਿਹੜੇ ਭਾਰਤ ਦੇ ਲੋਕਾਂ ਦੇ ਅੰਦਰ ਗੁਲਾਮੀ ਦਾ ਜਿਹੜਾ ਨਕਸ਼ਾ ਬਣਿਆ ਸੀ ਉਹ ਮੈਂ ਮਿਟਾ ਦਿੱਤਾ। ਤੇ ਹੁਣ ਆਹ ਨਕਸ਼ੇ ਆਜ਼ਾਦੀ ਦੇ ਸ਼ੁਰੂ ਹੋ ਗਏ ਨੇ। ਜਿਨ੍ਹਾਂ ਲੋਕਾਂ ਨੂੰ ਗੁਲਾਮੀ ਸਹਿਣ ਦੀ ਆਦਤ ਪੈ ਜੇ ਉਹਨਾਂ ਨੂੰ ਆਜ਼ਾਦੀ ਕਦੀ ਪ੍ਰਵਾਨ ਨਹੀਂ ਹੁੰਦੀ, ਆਜ਼ਾਦੀ ਚੰਗੀ ਨਹੀਂ ਲੱਗਦੀ। ਆਜ਼ਾਦੀ ਤੁਹਾਨੂੰ ਆਜ਼ਾਦ ਮੁਲਕਾਂ 'ਚ ਹੀ ਪਤਾ ਲੱਗਦਾ ਕਿ ਆਜ਼ਾਦੀ ਕੀ ਹੁੰਦੀ ਹੈ।
ਗੁਲਾਮ ਮੁਲਕਾਂ ਦੇ ਵਿੱਚ ਰਹਿ ਕੇ ਕਦੀ ਆਜ਼ਾਦੀ ਦਾ ਨਹੀਂ ਪਤਾ ਚੱਲਦਾ। ਉਹੀ ਲੋਕ ਵੀਰ ਜੀ ਕਿਸਾਨਾਂ ਬਾਰੇ ਗੱਲ ਕਰ ਰਹੇ ਸਨ, ਬੜੀ ਵਧੀਆ। ਮੈਂ ਕਹਿੰਦਾ ਇਹੀ ਲੋਕ ਉੱਥੇ ਕਿਸਾਨਾਂ ਦੀਆਂ ਰੈਲੀਆਂ ਵਿੱਚ ਵੀ ਕਹਿੰਦੇ ਨੇ ਕਿ ਕਿਸਾਨ ਏਕਤਾ ਜਿੰਦਾਬਾਦ, ਤੇ ਪੰਜਾਬ ਆ ਕੇ ਲੀਡਰਾਂ ਦੀਆਂ ਰੈਲੀਆਂ ਵਿੱਚ ਵੀ ਕਹਿੰਦੇ ਨੇ ਫਲਾਨਾ ਜਿੰਦਾਬਾਦ ਤੇ ਢੀਂਕੜਾ ਜਿੰਦਾਬਾਦ। ਓਏ ਉਹ ਭੁੱਲ ਗਏ ਤੁਸੀਂ 300 ਲਾਸ਼ਾਂ ਜਿਹੜੀਆਂ ਦਿੱਲੀ ਤੋਂ ਪੰਜਾਬ ਦੀ ਧਰਤੀ ਵੱਲ ਆਈਆਂ। ਸਾਡਾ ਹੈ ਕੋਈ ਧਰਮ? 300 ਲਾਸ਼ਾਂ ਨੌਜਵਾਨ ਪੁੱਤਰਾਂ ਦੀਆਂ ਪੰਜਾਬ ਦੇ ਵਿੱਚ ਆਈਆਂ। ਸਾਡਾ ਤਾਂ ਕੋਈ ਦੀਨ ਧਰਮ ਹੀ ਨਹੀਂ। ਇਹ ਮੈਂ ਤਾਂ ਪੜ੍ਹਿਆ ਸੀ, ਜਬਲ ਖਾਲਸਾ ਰਹੇ ਨਿਆਰਾ। ਸਾਡੇ ਵਿੱਚ ਹੈ ਕੋਈ ਨਿਆਰਾਪਨ? ਬਿਲਕੁਲ ਨਹੀਂ। ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਕਹਿੰਦੇ ਕਿਉਂਕਿ ਸਾਨੂੰ ਗੁਲਾਮੀ ਸਹਿਣ ਦੀ ਆਦਤ ਪੈ ਚੁੱਕੀ ਹੈ, ਤੇ ਜਿਹੜੇ ਲੋਕ ਗੁਲਾਮੀ ਦੇ ਵਿੱਚ ਜਿਉਣਾ ਸ਼ੁਰੂ ਕਰ ਦੇਣ ਉਹ ਫਿਰ ਦੋਵੇਂ ਪਾਸੇ ਵੇਖਦੇ ਨੇ ਵੀ ਕੰਮ ਇਧਰੋਂ ਵੀ ਲੈਣਾ ਤੇ ਕੰਮ ਉਧਰੋਂ ਵੀ ਲੈਣਾ ਹੈ। ਖਾਲਸੇ ਦਾ ਮਤਲਬ ਕੀ ਹੈ? ਖਾਲਸੇ ਦਾ ਮਤਲਬ ਕੇਵਲ ਤੇ ਕੇਵਲ ਕਰਲਾ ਬਾਹਰਲਾ ਦ੍ਰਿਸ਼ੀ ਖਾਲਸਾ ਨਹੀਂ। ਖਾਲਸੇ ਦੇ ਅਰਥ ਨੇ ਸ਼ੁੱਧ। ਖਾਲਸੇ ਦੇ ਅਰਥ ਨੇ ਉਹ ਬਾਦਸ਼ਾਹ ਜਿਹਦਾ ਲਿੰਕ ਬਿਲਕੁਲ ਸਿੱਧਾ ਜ਼ਮੀਨ ਦੇ ਨਾਲ ਹੁੰਦਾ ਹੈ, ਤੇ ਤੀਜੇ ਚੌਥੇ ਬੰਦੇ ਦਾ ਉਹਦੇ ਵਿੱਚ ਕੋਈ ਵੀ ਲਾਗਾ ਦੇਗਾ ਨਹੀਂ ਹੁੰਦਾ। ਉਹਨੂੰ ਆਖਿਆ ਜਾਂਦਾ ਹੈ ਖਾਲਸਾ। ਤੇ ਖਾਲਸੇ ਦੇ ਅਰਥ ਵੀ ਨੇ ਖਾਲਸ਼, ਸ਼ੁੱਧ। ਕਿਉਂਕਿ ਅਸੀਂ ਜਦੋਂ ਵੀ ਕਿਤੇ ਜਾਂਦੇ ਅਸੀਂ ਕਹਿੰਦੇ ਕੱਪੜੇ ਵਧੀਆ ਹੋਣ, ਅਸੀਂ ਕਹਿੰਦੇ ਖਾਣਾ ਬਿਲਕੁਲ ਸ਼ੁੱਧ ਹੋਵੇ, ਘਿਓ ਖਾਲਸ ਹੋਵੇ। ਜੇ ਸਾਨੂੰ ਨਕਲੀ ਚੀਜ਼ਾਂ ਸਾਨੂੰ ਨਹੀਂ ਪ੍ਰਵਾਨ, ਤਾਂ ਫਿਰ ਨਕਲੀ ਖਾਲਸਾ ਗੁਰੂ ਗੋਬਿੰਦ ਸਿੰਘ ਨੂੰ ਪ੍ਰਵਾਨ ਹੈ ਪ੍ਰਵਾਨ? ਬਿਲਕੁਲ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ ਜਦੋਂ ਮਾਤਾ ਜੀ ਪੁੱਛਦੇ ਨੇ ਆਪਣੀ ਇਕਾਗਰਤਾ ਉੱਥੇ ਲੈ ਕੇ ਆਓ। ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਜਦੋਂ ਪੁੱਛਿਆ ਕਿ ਚਿੱਠੀਆਂ ਕਿਸ ਲਈ, ਪਾਤਸ਼ਾਹ ਜੀ ਕਹਿੰਦੇ ਇਹ ਸੰਗਤਾਂ ਨੂੰ ਭੇਜਣੀਆਂ ਨੇ। ਕਾਬਲ, ਕੰਧਾਰ, ਪੋਠੋਹਾਰ, ਕੀ ਪੰਜਾਬ, ਕੀ ਰਾਜਸਥਾਨ, ਸਭ ਨੂੰ ਚਿੱਠੀਆਂ ਗੁਰੂ ਨੇ ਲਿਖੀਆਂ। ਉਹਨਾਂ ਵਿੱਚ ਸਿਰਫ ਇਹੀ ਲਿਖਿਆ ਕਿ ਗੁਰੂ ਨਾਨਕ ਕੀ ਸੰਗਤ ਇੰਨੀ ਤਰੀਕ ਨੂੰ ਤੁਸੀਂ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੋ। ਕਿਉਂਕਿ ਕੇਸਗੜ੍ਹ ਕਿਲਾ ਨਹੀਂ, ਕੇਸਗੜ੍ਹ ਹੈ ਜਿਹੜਾ ਉਹ ਕਿਲਿਆਂ ਤੋਂ ਵੱਖਰਾ ਹੈ। ਉਹ ਇੱਕ ਉੱਚੀ ਪਹਾੜੀ ਸੀ, ਢਲਮੀ। ਪਰ ਇਹ ਸਭ ਤੋਂ ਕੇਸਗੜ੍ਹ ਸਾਹਿਬ ਤੇ ਪਹਿਲਾਂ ਪਹੁੰਚਣ ਤੋਂ ਸਤਿਗੁਰਾਂ ਨੇ ਪਹਿਲੋਂ ਕਿੱਥੇ ਤਿਆਰੀ ਕੀਤੀ? ਆਪਾਂ ਸਿੱਧਾ ਹੀ ਲਿਆ ਕੇ ਇਹ ਅਰਜ਼ ਕਰ ਦਿੰਦੇ ਵੀ ਸਤਿਗੁਰੂ ਇੱਥੇ ਪਹੁੰਚੇ ਨਹੀਂ। ਪਹਿਲਾਂ ਮੇਰੇ ਸਤਿਗੁਰਾਂ ਨੇ ਚਿੱਠੀਆਂ ਲਿਖੀਆਂ। ਹਰਿੰਦਰ ਸਿੰਘ ਮਹਿਬੂਬ ਸਹਿਜੇ ਰਚਿਓ ਖਾਲਸਾ, ਹਮੇਸ਼ਾ ਮੈਂ ਬੇਨਤੀ ਕਰਦਾ ਬੁੱਕ ਪੜ੍ਹੋ। ਸਤਿਗੁਰਾਂ ਨੇ ਉਹ ਚਿੱਠੀਆਂ ਲਿਖੀਆਂ, ਬੇਸ਼ੁਮਾਰ ਚਿੱਠੀਆਂ, ਤੇ ਨਾਲ ਉਹ ਨਕਸ਼ਿਆਂ ਬਾਬਤ ਦੱਸਿਆ। ਪਰ ਉਸ ਵਿੱਚ ਮਾਤਾ ਜੀ ਕਹਿਣ ਲੱਗੇ ਮੇਰਿਆ ਪੁੱਤਰਾ ਤੇਰੀਆਂ ਤੂੰ ਹੀ ਜਾਣਦਾ ਕਿ ਤੂੰ ਕੀ ਕਰ ਰਿਹਾ ਹੈ। ਤੋ ਸਤਿਗੁਰਾਂ ਨੇ ਉਹ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸ ਉੱਚੀ ਇੱਕ ਪਹਾੜੀ ਤੇ ਆਏ ਜਿੱਥੇ ਅੱਜ ਆਨੰਦਪੁਰ ਸਾਹਿਬ ਵਸਿਆ, ਕੇਸਗੜ੍ਹ ਸਾਹਿਬ। ਉੱਥੇ ਆ ਕੇ ਮੇਰੇ ਸਤਿਗੁਰਾਂ ਨੇ ਪਹਾੜੀ ਤੇ ਪਿੱਛੇ ਇੱਕ ਨੀਲੇ ਰੰਗ ਦਾ ਤੰਬੂ ਬਣਾਇਆ, ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਬਾਹਰਲੀ ਦਿਸ਼ਾ 80,000 ਦਾ ਇਕੱਠ ਹੋ ਚੁੱਕਿਆ, ਜੋ ਵਿਦਵਾਨਾਂ ਨੇ ਲਿਖਿਆ। ਹੁਣ ਕਈ ਸ਼ੱਕ ਕਰਦੇ, ਕਹਿੰਦੇ 80,000 ਦਾ ਇਕੱਠ ਕਿਵੇਂ ਹੋ ਜਾਏਗਾ? ਤੇ ਜੇ ਲੋਕਾਂ ਦੀਆਂ ਰੈਲੀਆਂ ਵਿੱਚ ਇੰਨਾ ਇਕੱਠ ਹੋ ਸਕਦਾ ਹੈ, ਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਵਾਜ਼ ਵਿੱਚ ਕੋਈ ਕਸ਼ਿਸ਼ ਨਹੀਂ ਕਿ ਇੱਕ ਆਵਾਜ਼ ਤੇ ਇੰਨਾ ਇਕੱਠ ਨਾ ਹੋਵੇ। ਉਹਨਾਂ ਸਮਿਆਂ ਵਿੱਚ 80,000 ਦਾ ਇਕੱਠ ਹੋਣਾ ਇੱਕ ਅਜੂਬਾ ਸੀ। ਕੋਈ ਰੇਲ ਗੱਡੀ, ਕੋਈ ਟ੍ਰੇਨ, ਕੋਈ ਗੱਡੀ ਮੋਟਰ ਕਾਰ, ਕੋਈ ਸੜਕਾਂ, ਕੋਈ ਫਰੀਵੇ ਹਾਈਵੇ ਨਹੀਂ। ਕਿਵੇਂ ਜੰਗਲਾਂ ਦੇ ਵਿੱਚ ਦੀ ਉਹ ਲੋਕ ਆਏ ਹੋਣਗੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਖਿੱਚੇ ਹੋਏ। ਉਹਨਾਂ ਦੇ ਅੰਦਰ ਕਿੰਨਾ ਉਤਸ਼ਾਹ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਜਦੋਂ ਕਹਿੰਦੇ ਉਸ ਇਕੱਠ ਵਿੱਚ ਆਉਂਦੇ ਨੇ, ਲਿਖਣ ਵਾਲਿਆਂ ਨੇ ਲਿਖਿਆ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਥ ਵਿੱਚੋਂ ਜਿਹੜੀ ਸ਼ਮਸ਼ੀਰ ਹੱਥ ਵਿੱਚ ਪਕੜੀ ਸੀ ਨਾ, ਉਹ ਗੱਲ ਭਾਈ ਜੈਤੇ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲਾਂ ਕਹਿ ਦਿੱਤੀ ਸੀ ਕਿ ਜੈਤਿਆਂ ਜਦੋਂ ਪਿਤਾ ਗੁਰੂ ਦੀ ਸ਼ਹਾਦਤ ਹੋਈ ਤਾਂ ਉਸ ਸਮੇਂ 10 ਵੀ ਸਿੱਖ ਉਤੇ ਹੈਗੇ ਸੀ ਜਾਂ ਨਹੀਂ। ਭਾਈ ਜੈਤਾ ਕਹਿੰਦਾ ਪਾਤਸ਼ਾਹ ਸਿੱਖ ਤਾਂ ਸਨ ਪਰ ਸਿੱਖ ਸਿੱਖੀ ਤੋਂ ਇਨਕਾਰੀ ਹੋ ਗਏ, ਜਿਵੇਂ ਅੱਜ ਸਿੱਖ ਕਈ ਸਿੱਖੀ ਤੋਂ ਇਨਕਾਰੀ ਹੋਏ ਨੇ।
पिछले दिन मैं अर्ज की, जे गुरु के खालसे जे सिखां दे पुत्र हो तां हत्थां विच चांदी ते पित्तल दे कड़े नहीं, हत्थां विच सरबलो दे कड़े पाओ। ये गुरु की निशानी है, गुरु ने दिते ने। ते कईयां ने मथे भी त्योड़ियां पाइयां जी, ये कहण दी की लोड़ है। गुरु दा खाने आ, इस गुरु दा दोगली बिरती मेरे कोल ते है कोई नहीं, भावें कल दी जगह भावें शाम नूं तोड़ दिओ, क्योंकि नक नथ खसम हथ किरत धक्के दे, जहां दाने तहां खाने, नानका सच है। इस गुरु नूं मनदे आ। पर मेरे गुरु गोबिंद सिंह महाराज सच्चे पातशाह पुछदे, जैतिया दस उस समय सिख है सी कोई? कहंदा जी सिखी सिखी तो इनकारी हो गई, सिख सिखी तो। औरंगजेब कहंदा है कि है कोई सिख जिहड़ा अपने गुरु दा धड़ ते अपने गुरु दा सीस चुक लवे? सारे मुकर गए। आपां हुंदे आपां भी मुकर जांदे, आपां कोई बाहले दलेर नहीं हैगे, खिमा करियो। जे असीं भी उत्थे खलोते हुंदे मुकर असीं भी जाना सी। मैं कहना वो फिर भी धन ने कि उत्थे दिल्ली दे विच खलोते तां हन जिथे औरंगजेब दी तलवार चमकदी है, पर मुकर जरूर गए। ते भाई जैते ने सारी हकीकत दसी कि चला चलाई होए रही, गड़गड़ उखरे मेख, लखी नगाइयां लै गया, तू खड़ा तमाशा देख। कहंदे लखी शाह वणजारा गुरु दे धड़ नूं लै गया, ते जेड़ा सीस सी ना सच्चे पातशाह, वो तुहाडा मैं लै आया, तुसी मैनू सेवा बख्शी है। घुट के कलेजे नाल कीरतपुर साहब दी धरती ते लाया, ते बचन कीते रंगरेटे, गुरु के बेटे रहो पंथ संग समेटे। जदों इन्हां रंगरेटिਆਂ ਨੂੰ ਅਸੀਂ गुरु घरां दे विच जगह नहीं ना दित्ती, तां ਇਹ रंगरेटे जिन्हां ਨੂੰ नीवी कौम कहने आ, जिन्हां ਨੂੰ मजहबी ते रविदासीए कह के दुरकारदे आ, ये लोग मजबूरन फिर साधां दे डेरियां वल तुर गए। कोई ब्यासा नूं तुर गया, कोई भनिहारे वल तुर गया, ते कोई सरसे वाले दा चेला बन गया। क्यों? क्योंकि असी इन्हां नूं बड़ी इंज कह लो एक नीवी बिरती नाल वेखिया, गुरु ने कलेजे नाल ला लिया। कहंदे रंग रेटे, रंग दे अर्थ ने प्रेम दे विच भिजे होए। रंग रेटे गुरु के बेटे प्रेम दे विच भिजे होए, जैते रहो पंथ संग समेटे। कहंदे पंथ दे नाल तू जुड़िया रही। ते जदों मेरे सतगुरां ने पुछया कि की होया, सारी हकीकत दसी। मेरे सतगुरां ने फिर उस में कहंदे सुन कर कलंघी दर ऐसे, बोले गरजत जल धर जैसे, एक ऐसो पंथ बनाऊं सकल जगत बिखे बहु विद भाऊं, लाखों नर जग के एक थाए, ता मैं मिले एक सिख जाए। जैतिया मैं अपना खालसा अपने सिख दी शक्ल सूरत ही मैं ऐसी बना देंगा कि लखां लोग भी खड़े होण ते मेरा खालसा दूरों नजर आऊगा। अज ते दसना पैंदा गड्डी विच एक नकली मुछां लमका के भी आ कोई सरदार दी गड्डी खड़ी है। अज सानू इंज दसना पैंदा है। खिमा करियो, ये गल्लां जे कवांगे ना, जे इंज कह लो टणकावांगे, जे कसवट्टी लावांगे, बच्चे नूं जे जगाउणा ते हलूणा देना ही पएगा। थापड़ांगे तां उहने होर सौ जाना है, उहनूं होर भूखी चढ़ जानी है। पर जदों गुरु दी गल आपां करांगे ना, तां अंदरों फिर जिहड़ी सुत्ती हुई जमीर है वो तां ही जागेगी। तां उस में सतगुरु कहंदे मैं इहो जी सूरत बना देंगा कि जे कोशिश भी करे ना छुपण दी, मैं सिख नहीं तां वो छुप नहीं सकना। लखां विच कोई नौजवान खड़ा होवे दस्तार वाला, जिन्ने मर्जी गोरे खड़े होण, मकसीकन लोग खड़े होण, जे सिर ते दस्तार बन्नी दूरों पता लग जाना कि वह पंजाबी तुरिया जाता है, वह गुरु का सिख सिंह तुरिया जाता है। तो उत्थे मेरे सतगुरां ने फिर म्यान दे विचों शमशीर कढ़ के गल आखी कि धर लूंगा एक एक को शमशीर के आगे, रख दूंगा सीना जिगर का चीर के आगे। दुनिया तो झुकती है तकदीर के आगे, तकदीर भी झुक जाएगी शमशीर के आगे। मेरे सतगुरु जदों आए ना केसगढ़ साहब की धरती ते, म्यान दे विचों जदों शमशीर तलवार कढ़ी, 80,000 का इकट्ठ है। ये गल वखरी है कि आपां कह दिंदे भी वो लोग डर गए सन, जे वो डरे हुंदे तां वो आउंदे ही ना। जिन्ने बैठे सन ना उन्हां विचों डरिया कोई नहीं सी। पर इन्ना क जरूर है, लिखण वाले लिखदे ने कि कुछ क विच ऐदां दे आ गए
ਜਿਨ੍ਹਾਂ ਨੂੰ ਭੁਲੇਖਾ ਸੀ ਵੀ ਸ਼ਾਇਦ ਸਤਿਗੁਰੂ ਅੱਜ ਕੁਝ ਇਨਾਮ ਵੰਡਣਗੇ, ਕੁਝ ਕੁ ਨੂੰ ਹੋ ਗਿਆ ਵੀ ਸ਼ਾਇਦ ਕੋਈ ਮੋਹਰਾਂ ਵੰਡਣਗੇ, ਪਰ ਜਦੋਂ ਦੇਖਿਆ ਵੀ ਮੁਖ ਦੇ ਉੱਪਰ ਐਨ ਜਲਾਲ ਹੈ, ਹੱਥ ਵਿੱਚ ਸ਼ਮਸ਼ੀਰ ਹੈ, ਅੱਜ ਤੇ ਵੱਖਰੀ ਰੂਪ ਰੇਖਾ ਨਜ਼ਰ ਆ ਰਹੀ ਹੈ। ਤੇ ਕਈਆਂ ਦੇ ਮਨਾਂ ਵਿੱਚ, ਹਰਿੰਦਰ ਸਿੰਘ ਮਹਿਬੂਬ ਲਿਖਦੇ ਨੇ, ਕਹਿੰਦੇ ਕਈਆਂ ਦੇ ਮਨਾਂ ਵਿੱਚ ਆਇਆ, ਜਿਹੜੇ ਨਾਸਤਿਕ ਬਿਰਤੀ ਵਾਲੇ, ਕਹਿੰਦੇ ਹੋ ਸਕਦਾ ਗੁਰੂ ਨੇ ਥੋੜਿਆਂ ਨੂੰ ਬੁਲਾਇਆ ਹੋਵੇ, ਇਕੱਠ ਬਹੁਤਾ ਹੋ ਗਿਆ ਤੇ ਇੰਨਿਆਂ ਨੂੰ ਇਨਾਮ ਨਹੀਂ ਦਿੱਤਾ ਜਾਣਾ, ਤੇ ਹੁਣ ਤਲਵਾਰ ਕੱਢ ਕੇ ਡਰਾਉਂਦੇ ਨੇ ਵੀ ਭਾਜੋ ਸਾਰੇ। ਕਈਆਂ ਦੇ ਮਨਾਂ ਵਿੱਚ ਇਹ ਵੀ ਖਿਆਲ ਆਇਆ। ਸੁਭਾਵਕ ਹੈ, ਮਨੁੱਖ ਦੀ ਬਿਰਤੀ ਦੇ ਅੰਦਰ ਸੰਕਲਪ ਤੇ ਵਿਕਲਪ ਚੱਲਦੇ ਹੀ ਰਹਿੰਦੇ ਨੇ, ਫੁਰਨੇ ਬਣਦੇ ਨੇ, ਮਿਟਦੇ ਨੇ, ਕਦੀ ਚੰਗੇ ਕਦੀ ਮਾੜੇ। ਕੋਈ ਇਹਦੀ ਲੋੜ ਪੂਰੀ ਕਰਦੇ ਉਹ ਚੰਗਾ, ਕੋਈ ਲੋੜ ਨਾ ਪੂਰੀ ਕਰੇ ਉਹ ਮੰਦਾ। ਤੁਹਾਡੀ ਕੋਈ ਗੱਲ ਮੰਨ ਲੇ ਤੇ ਉਹ ਬੰਦਾ ਚੰਗਾ, ਤੁਹਾਨੂੰ ਕੋਈ ਜਵਾਬ ਦੇ ਦੇ ਤੇ ਉਹ ਬੰਦਾ ਬੜਾ ਮਾੜਾ। ਕਦੀ ਆਪਣੇ ਮਨ ਤੇ ਲਾ ਕੇ ਦੇਖਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਮਸ਼ੀਰ ਕੱਢੀ, ਉੱਚੀ ਆਵਾਜ਼ ਦੇ ਵਿੱਚ ਇਹੀ ਕਹਿੰਦੇ ਨੇ, ਹੈ ਕੋਈ ਸਿੱਖ ਜਿਹੜਾ ਇਸ ਕਿਰਪਾਨ, ਇਸ ਸ਼ਮਸ਼ੀਰ ਦੀ ਆਪਣਾ ਸੀਸ ਭੇਟ ਕਰੇ, ਮੈਨੂੰ ਇੱਕ ਸਿੱਖ ਦੀ ਲੋੜ ਹੈ। ਉਸ ਤੋਂ ਪਹਿਲਾਂ ਇਹ ਵੀ ਆਖਿਆ, ਸਿੱਖੋ ਤੁਹਾਡੇ ਵਿੱਚੋਂ ਮੈਨੂੰ ਮਨੁੱਖ ਨਜ਼ਰ ਆ ਰਿਹਾ, ਮਨੁੱਖਾਂ ਦੇ ਵਿੱਚ ਛੁਪੀ ਹੋਈ ਜਿਹੜੀ ਮਨੁੱਖਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅੱਜ ਮੈਂ ਉਹ ਪ੍ਰਗਟ ਕਰਨੀ ਹੈ। ਜਿਹੜੀ ਮਨੁੱਖਤਾ ਤੁਹਾਡੇ ਅੰਦਰ ਸਦੀਆਂ ਤੋਂ ਗੁਲਾਮੀ ਕਰਕੇ ਤੁਸੀਂ ਗੁਲਾਮ ਹੋ ਗਏ, ਜੇ ਤੁਸੀਂ ਅੰਦਰੋਂ ਦੱਬੇ ਪਏ ਹੋ, ਉਹ ਮਨੁੱਖਤਾ ਅੱਜ ਪ੍ਰਗਟ ਕਰਨ ਦਾ ਸਮਾਂ ਆ ਗਿਆ ਹੈ। ਪਹਿਲੀ ਆਵਾਜ਼, ਦੂਜੀ ਆਵਾਜ਼, ਤੀਜੀ ਆਵਾਜ਼ ਦਿੰਦੇ ਨੇ ਤੇ ਲਾਹੌਰ ਤੋਂ ਦਇਆ ਰਾਮ ਖੱਤਰੀ ਆਉਂਦੇ। ਜਦੋਂ ਆਇਆ ਸੀ ਉਦੋਂ ਖੱਤਰੀ ਸੀ, ਜਦੋਂ ਅੰਮ੍ਰਿਤ ਛਕ ਲਿਆ ਸੀ ਉਦੋਂ ਬਾਅਦ ਉਹਦੇ ਨਾਮ ਦੇ ਨਾਲ, ਬੋਲੋ ਤੁਸੀਂ ਆਪੇ ਹੀ ਹੁਣ, ਖੱਤਰੀ ਲੱਗਿਆ ਜੀ। ਅੰਮ੍ਰਿਤ ਛਕਣ ਤੋਂ ਬਾਅਦ ਲੱਗਿਆ ਖੱਤਰੀ। ਜਿਹਦਾ ਨਹੀਂ ਛਕਿਆ ਉਹ ਭਾਵੇਂ ਲਾਈ ਜਾਇਓ, ਸਿੱਧੂ ਲਾ ਲਿਓ, ਬਰਾੜ ਲਾ ਲਿਓ, ਗਿੱਲ ਲਾ ਲਿਓ। ਅੰਮ੍ਰਿਤ ਛਕਣ ਤੋਂ ਬਾਅਦ ਜਦੋਂ ਲਾਉਂਦੇ ਆ ਵੀ ਅਜੇ ਗੁਰਮਤਿ ਦਾ ਗਿਆਨ ਨਹੀਂ ਹੈ। ਇਹ ਗੱਲ ਮੰਨਣੀ ਪਏਗੀ ਤੁਹਾਨੂੰ ਵੀ ਗਿਆਨ ਨਹੀਂ, ਕਿ ਜਿਨ੍ਹਾਂ ਪੰਜਾਂ ਨੇ ਸੀਸ ਭੇਟ ਕੀਤੇ ਗੁਰੂ ਵਾਲੇ ਬਣ ਗਏ। ਕਿ ਆਪਾਂ ਕਹਿੰਦੇ ਆ ਭਾਈ ਦਇਆ ਸਿੰਘ ਜੀ ਖੱਤਰੀ ਜਾਂ ਭਾਈ ਧਰਮ ਸਿੰਘ ਜੀ ਜੱਟ ਕਹਿੰਦੇ ਆ? ਬਿਲਕੁਲ ਨਹੀਂ। ਹੁਣ ਜਿਹੜੀ ਗੁਰੂ ਦੀ ਗੱਲ ਹੈ, ਜਿਹੜਾ ਇਤਿਹਾਸ ਹੈ, ਜੇ ਮੈਂ ਉਹ ਤੁਹਾਨੂੰ ਨਾ ਦੱਸਾਂ ਤਾਂ ਇਹਦਾ ਮਤਲਬ ਮੈਂ ਪੂਜਾ ਦਾ ਧਨ ਖਾ ਰਿਹਾ, ਗੁਰੂ ਦਾ ਮੈਂ ਖਾ ਰਿਹਾ, ਤਨਖਾਹ ਇਥੋਂ ਲੈ ਰਿਹਾ, ਰਹਿائش ਸਭ ਕੁਝ ਫਰੀ ਹੈ, ਪਰ ਮੈਂ ਤੁਹਾਨੂੰ ਹਕੀਕਤ ਗੁਰੂ ਦੀ ਨਹੀਂ ਦੱਸ ਰਿਹਾ ਜੋ ਸਤਿਗੁਰੂ ਜੀ ਕਹਿੰਦੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ ਤੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ, ਸੀਸ ਉਹਨੇ ਅੱਗੇ ਰੱਖਿਆ, ਨਮਸਕਾਰ ਕੀਤੀ, ਨਤਮਸਤਕ ਹੋਇਆ। ਮੱਥਾ ਟੇਕਣ ਤੋਂ ਭਾਵ ਹੁੰਦਾ ਸਰੈਂਡਰ ਕਰਨਾ, ਗੁਰੂ ਨੂੰ ਸਮਰਪਿਤ ਹੋਣਾ ਕਿ ਪਾਤਸ਼ਾਹ ਜੀ ਮੱਤ ਤੁਹਾਡੀ ਆ, ਹੁਣ ਤੁਸੀਂ ਇਹਦੇ ਵਿੱਚ ਆਪਣੇ ਸ਼ੁਭ ਗੁਣ ਪਾ ਦਿਓ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਈਏ ਨਾ, ਫਿਰ ਇਹ ਸੀਸ ਕਿਸੇ ਹੋਰ ਅੱਗੇ ਨਹੀਂ ਝੁਕਣਾ ਚਾਹੀਦਾ, ਬਿਲਕੁਲ ਨਹੀਂ ਝੁਕਣਾ ਚਾਹੀਦਾ। ਕਿਸੇ ਹੋਰ ਅੱਗੇ ਨਹੀਂ ਝੁਕਣਾ ਚਾਹੀਦਾ। ਹਾਂ, ਜੇ ਕੋਈ ਭਜਨ ਬੰਦਗੀ ਕਰਨ ਵਾਲਾ ਗੁਰਮੁਖ ਜਨ ਹੈ, ਉਹਨੂੰ ਫਤਿਹ ਬੁਲਾਉਣੀ। ਮੈਂ ਰਾਤ ਵੀ ਅਰਜ਼ ਕੀਤੀ ਸੀ ਕਿ ਇਹ ਫਤਿਹ ਨਾ ਤਾਂ ਕਿਸੇ ਮਿਸ਼ਨਰੀ ਕਾਲਜ ਵਾਲੇ ਦੀ ਹੈ, ਨਾ ਕਿਸੇ ਇਹ ਸੰਪਰਦਾ ਸੰਸਥਾ ਦੀ ਹੈ। ਇਹਦੇ ਵਿੱਚ ਮੇਰੇ ਗੁਰੂ ਨੇ ਕਿਸੇ ਨੂੰ ਰੱਖਿਆ ਹੀ ਨਹੀਂ। ਤੇ ਤੁਸੀਂ ਹੁਣ ਬੁਲਾਓ ਨਾ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸੋ ਇਹਦੇ ਵਿੱਚ ਕਿਹੜੇ ਬਾਬੇ ਦਾ ਨਾਮ ਹੈ? ਕਿਸੇ ਦਾ ਕੋਈ ਨਾਮ ਨਹੀਂ। ਲਿੰਕ ਮੇਰੇ ਮਾਲਕ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ। ਤੇ ਮੇਰੇ ਸਤਿਗੁਰਾਂ ਨੇ ਆਖਿਆ ਮੇਰੀ ਵੀ ਨਹੀਂ ਤਾਂ ਫਤਿਹ ਵੀ ਉਹਦੀ ਵੀ ਹੈ। ਪੌਂਟਾ ਭੰਗਾਣੀ ਇਹ ਗੱਲ ਕਹੀ ਸੀ ਕਿ ਭਾਈ ਜੀਤ ਮੇਰੀ, ਕਹਿੰਦੇ ਜਿੱਤ ਮੇਰੀ ਹੋਈ ਹੈ, ਪਰ ਹੋਈ ਪਤਾ ਕਿਵੇਂ ਹੈ? ਕਿਰਪਾ ਕਾਲ ਕੇਰੀ, ਅਕਾਲ ਪੁਰਖ ਦੀ ਕਿਰਪਾ ਨਾਲ ਹੋਈ ਹੈ। ਇੱਥੇ ਜਦੋਂ ਗੁਰੂ ਤੋਂ ਕੁਝ ਲੈਣਾ ਹੁੰਦਾ ਹੈ, ਪੰਜਾਬ ਵਿੱਚ ਲੀਡਰ ਅਖੰਡ ਪਾਠ ਸਾਹਿਬ ਕਰਾਉਂਦੇ, ਮੱਥੇ ਟੇਕਦੇ, ਜਦੋਂ ਜਿੱਤ ਜਾਂਦੇ ਆ ਉਦੋਂ ਗੁਰਦੁਆਰੇ ਆਉਂਦੇ ਹੀ ਨਹੀਂ। ਕਹਿੰਦੇ ਜਿੱਤ ਇਹ ਲੋਕਾਂ ਨੇ ਕਰਾਈ ਹੈ ਮੇਰੀ। ਇਹਨੂੰ ਕਹਿੰਦੇ ਨੇ ਅਕਿਰਤ ਘਣਤਾ। ਪਰ ਸਤਿਗੁਰਾਂ ਨੇ ਮੈਦਾਨੇ ਜੰਗ ਵਿੱਚ ਜੂਝੇ ਪੀਰ ਬੁੱਧੂ ਸ਼ਾਹ ਦੇ, ਇੰਜ ਕਹਿ ਲੋ, ਜਿਹੜੇ 4 ਪੁੱਤਰ ਨੇ, 700 ਮਰੀਦ ਤੇ 2 ਭਰਾ ਸ਼ਹੀਦ ਹੋਏ।
ਇੰਨਾ ਕੁਝ ਕੁਰਬਾਨ ਕਰਨ ਤੋਂ ਬਾਅਦ ਵੀ ਕਹਿੰਦੇ ਪੀਰ ਬੁੱਧੂ ਸ਼ਾਹ ਨੇ ਮਾਣ ਨਹੀਂ ਕੀਤਾ ਭੋਰਾ ਵੀ। ਗੁਰੂ ਤੋਂ ਬਦਲੇ ਵਿੱਚ ਜ਼ਮੀਨ ਜਾਇਦਾਦ ਨਹੀਂ ਮੰਗੀ, ਗੁਰੂ ਤੋਂ ਬਦਲੇ ਵਿੱਚ ਗੁਰੂ ਦੀ ਨਿਸ਼ਾਨੀ ਮੰਗੀ। ਉਹ ਨਿਸ਼ਾਨੀ ਸੀ ਕੇਸ ਤੇ ਕੰਘਾ। ਉਹ ਗੁਰੂ ਤੋਂ ਮੰਗਿਆ ਜਿਹੜਾ ਅੱਜ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ, ਪਰ ਅਸੀਂ ਕਰਨ ਜਾਂਦੇ ਨਹੀਂ ਨਾ ਉੱਥੇ ਦਰਸ਼ਨ ਇਤਿਹਾਸਕ ਗੁਰਦੁਆਰਿਆਂ ਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਦੇ ਸਾਗਰ। ਆਜੋ ਉਸੇ ਵਿਸ਼ੇ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਭਾਈ ਦਇਆ ਰਾਮ ਲਾਹੌਰ ਤੋਂ ਆਉਂਦਾ। ਉਹ ਲਾਹੌਰ ਜਿਸ ਲਾਹੌਰ ਦੀ ਧਰਤੀ ਤੇ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਹਿਲਾਂ ਤੱਤੀ ਤਵੀ ਤੇ ਬਿਠਾਇਆ ਗਿਆ। ਆ ਜਿਹੜੇ ਬਾਬੇ ਅੱਜ ਕਰਦੇ ਆ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਰੀਸਾਂ, ਇਹਨਾਂ ਨੂੰ 3 ਮਿੰਟ ਹੁਣ ਤੱਤੀ ਧੁੱਪ ਦੇ ਵਿੱਚ ਬਿਠਾਇਓ, ਵੇਖੋ ਕਿਵੇਂ ਭੱਜਦੇ ਅੰਦਰ ਨੂੰ। ਜਿਹੜੇ ਕਹਿੰਦੇ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਆ, ਜਿਹੜੇ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਆ, ਉਹ ਲਾਹੌਰ ਦੀ ਤੱਤੀ ਤਵੀ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਿਠਾਇਆ ਗਿਆ, ਸੀਸ ਵਿੱਚ ਗਰਮ ਰੇਤ ਪਾਈ ਗਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਇਆ ਰਾਮ, ਨਾਮ ਦਇਆ ਰਾਮ। ਕਹਿੰਦੇ ਉਹ ਲਾਹੌਰ, ਕਹਿੰਦੇ ਜੇ ਲਾਹੌਰ ਤੋਂ ਦਇਆ ਆ ਗਈ ਤਾਂ ਫਿਰ ਮੇਰਾ ਇਹ ਧਰਮ ਜ਼ਰੂਰ ਚੱਲੇਗਾ। ਜਿੱਥੋਂ ਕਦੀ ਉਮੀਦ ਹੀ ਕੋਈ ਨਹੀਂ ਸੀ ਕਿ ਦਇਆ ਦਾ ਬੀਜ ਪੁੰਗਰ ਸਕਦਾ ਹੈ। ਕਹਿੰਦੇ ਉਹਨੂੰ ਪਕੜਿਆ, ਬਾਂਹ ਤੋਂ ਪਕੜਿਆ, ਵੀਰ ਰਸ ਵਿੱਚ ਆ ਕੇ ਖਿੱਚ ਕੇ ਤੰਬੂ ਦੇ ਵਿੱਚ ਲੈ ਗਏ। ਤਲਵਾਰ ਸ਼ਮਸ਼ੀਰ ਚੱਲਣ ਦੀ ਵੀ ਆਵਾਜ਼ ਆਈ, ਸ਼ਮਸ਼ੀਰ ਚੱਲਣ ਦੀ ਵੀ, ਖੜਾਕ ਵੀ ਸੁਣਿਆ, ਇਤਿਹਾਸ ਇਹ ਕਹਿੰਦਾ ਹੈ। ਤੇ ਸਭ ਕੁਝ ਹੋਇਆ ਪਰਦੇ ਵਿੱਚ, ਪਰ ਜਿਸ ਚੀਜ਼ ਤੋਂ ਮੇਰੇ ਗੁਰੂ ਨੇ ਉਹ ਸਿੱਖੋ ਪਰਦਾ ਹੀ ਕਰ ਲਿਆ। ਆ ਕਈ ਪ੍ਰੋਫੈਸਰਾਂ ਨੇ ਬੜਾ ਰੌਲਾ ਪਾਇਆ ਸੀ ਅੱਜ ਤੋਂ 15 ਕੁ ਸਾਲ ਪਹਿਲਾਂ। ਇੱਕ ਹੁੰਦੇ ਗਿਆਨੀ, ਇੱਕ ਹੁੰਦੇ ਗਿਆਨਾ ਸਿਉ। ਕਹਿੰਦੇ ਉੱਥੇ ਇੰਜ ਹੋਇਆ, ਇੱਥੇ ਉਂਝ ਹੋਇਆ। ਜਿਸ ਕਾਰਜ ਲਈ ਗੁਰੂ ਨੇ ਪਰਦਾ ਹੀ ਕਰ ਲਿਆ, ਤੰਬੂ ਹੀ ਲਾ ਲਿਆ, ਅਸੀਂ ਤਾਂ ਤੰਬੂ ਪਾੜ ਕੇ ਵਿੱਚ ਦਾਖਲ ਹੋਣਾ ਚਾਹੁੰਦੇ ਵੀ ਗੁਰੂ ਨੇ ਉੱਥੇ ਕੀਤਾ ਕੀ ਹੈ, ਵੀ ਉੱਥੇ ਗੁਰੂ ਨੇ ਕਰਿਆ ਕੀ। ਇੱਕ ਸੁਰਜੀਤ ਖਾਲਸਾ ਪੰਥ ਸਾਜਣ ਲਈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕੀ ਕੋਈ ਬੱਕਰੇ ਝਟਕਾਉਣਗੇ? ਕੌਮ ਸਾਜਣੀ ਹੋਵੇ ਆਜ਼ਾਦ ਤੇ ਅਣਖੀ, ਤੇ ਉਹ ਵੀ ਸੱਜ ਕੀ ਗੁਰੂ ਝੂਠ ਬੋਲੇਗਾ? ਇੰਜ ਕਹਿ ਲਓ ਜਿਵੇਂ ਇੱਕ ਪੰਚਾਇਤ ਹੁੰਦੀ ਹੈ, ਪੰਚਾਇਤ ਵਿੱਚ ਕੋਈ ਕਮੇਟੀ ਮੈਂਬਰ 10 ਬੰਦਿਆਂ ਅੱਗੇ ਕੋਈ ਗੱਲ ਕਹਿ ਕੇ ਆ ਜੇ ਤੇ ਘਰੇ ਜਾ ਕੇ ਮੁੱਕਰ ਜੇ ਤਾਂ ਪਿੰਡ ਵਿੱਚ ਭਲਾ ਦੱਸੋ ਕੀ ਚਰਚਾ ਹੋਵੇਗੀ? ਉਹ ਬੰਦਾ ਕੋਈ ਭਰੀ ਪੰਚਾਇਤ ਵਿੱਚ ਕੀ ਕਹਿ ਕੇ ਗਿਆ, ਉੱਥੇ ਜਾ ਕੇ ਮੁੱਕਰ ਗਿਆ, ਤੇ ਕੀ ਇਹ ਗੱਲ ਗੁਰੂ ਤੇ ਨਹੀਂ ਲਾਗੂ ਹੁੰਦੀ ਕਿ ਜਦੋਂ ਗੁਰੂ ਨੂੰ ਕਹਿੰਦੇ ਆ ਵੀ ਬੱਕਰੇ ਝਟਕਾਏ, ਇੰਜ ਕੀਤਾ, ਤਾਂ ਫਿਰ ਕੀ ਦੁਨੀਆ ਦੇ ਲੋਕ ਤਾਂ ਚਾਹੁੰਦੇ ਹੀ ਨਹੀਂ ਕਿ ਗੁਰੂ ਤੇ ਕਿੰਤੂ ਪਰੰਤੂ ਹੋਵੇ। ਫਿਰ ਲੋਕ ਇਹ ਨਹੀਂ ਕਹਿਣਗੇ ਕਿ ਵੀ ਇਹਨਾਂ ਦੀ ਬਾਣੀ ਵਿੱਚ ਲਿਖਿਆ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ, ਵਰਿਆਮ ਦੇ ਅਰਥ ਨੇ ਸੂਰਮਾ ਯੋਧਾ। ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ। ਇੱਥੇ ਪਾਠ ਵਾਹ ਵਾਹ, ਵਾਹੋ ਵਾਹੋ ਨਹੀਂ, ਵਾਹ ਦੇ ਅਰਥ ਹੁੰਦੇ ਨੇ ਅਚਰਜ। ਆਪਾਂ ਨਹੀਂ ਕਹਿੰਦੇ ਵਾਹ ਕਿਆ ਬਾਤ ਹੈ, ਜਦੋਂ ਕੋਈ ਵਧੀਆ ਕੰਮ ਕਰੇ ਆਪਾਂ ਵਾਹ ਵਾਹ ਕਹਿੰਦੇ ਆ ਨਾ, ਇਸੇ ਤਰ੍ਹਾਂ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪੇ ਗੁਰੂ ਹੈ ਤੇ ਆਪੇ ਚੇਲਾ ਹੈ। ਇੱਥੇ ਚੇਲੇ ਪੱਗਾਂ ਪਿੱਛੇ ਲੜ ਪੈਂਦੇ, ਕਈ ਮੇਰੇ ਵਰਗੇ ਉਂਝ ਹੀ ਭਲੇਟਾ ਮਾਰ ਲੈਂਦੇ ਵੀ ਮੈਨੂੰ ਬਣਾਓ ਪਹਿਲਾਂ ਮਹਾਂਪੁਰਖ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹ ਦੁਨੀਆ ਦੇ ਲੋਕੋ ਕਦੀ ਇਤਿਹਾਸ ਪੜ੍ਹੋ, ਅੰਦਰੋਂ ਆਪਣੀ ਜ਼ਮੀਰ ਨੂੰ ਜਗਾ ਕੇ ਸੁਣ ਕੇ ਵੇਖੋ ਕਿ ਆਪੇ ਗੁਰੂ ਬਣਨਾ ਤੇ ਆਪੇ ਚੇਲਾ ਬਣਨਾ ਕਿੰਨੀ ਵੱਡੀ ਗੱਲ ਹੈ, ਕੋਈ ਸੌਖਾ ਕੰਮ ਨਹੀਂ। ਤੇ ਸਤਿਗੁਰੂ ਜੀ ਅੰਦਰ ਲੈ ਗਏ। ਲਹੂ ਭਿੱਜੀ ਸ਼ਮਸ਼ੀਰ ਜਦੋਂ ਆਈ ਸਾਹਮਣੇ ਸੰਗਤਾਂ ਦੇ 80,000 ਦੇ ਇਕੱਠ ਵਿੱਚ, ਫਿਰ ਜਦੋਂ ਸੱਚ ਥੋੜਾ ਜਿਹਾ ਸਾਹਮਣੇ ਆਵੇ ਹਿਲਜੁਲ ਹੁੰਦੀ ਨਹੀਂ? ਹੁੰਦੀ ਹੈ ਬਿਲਕੁਲ। ਜੇ ਸੱਚ ਬੋਲ ਕੇ ਹਿਲਜੁਲ ਨਾ ਹੋਵੇ ਸੱਚ ਨਹੀਂ ਉਹ। ਜਦੋਂ ਲਹੂ ਭਿੱਜੀ ਸ਼ਮਸ਼ੀਰ ਸਾਹਮਣੇ ਆਈ ਤੰਬੂ ਤੋਂ ਬਾਹਰ ਉਸ ਪੰਡਾਲ ਵਿੱਚ, ਤਾਂ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ ਵੀ ਅਸੀਂ ਤੇ ਸੋਚਦੇ ਸਾਂ ਵੀ ਪਤਾ ਨਹੀਂ ਇੱਥੇ ਕੋਈ ਇਨਾਮ ਮਿਲੇਗਾ। ਅੱਧੇ ਤਾਂ ਕਹਿੰਦੇ ਚੱਪਲਾਂ ਵੀ ਫੇਰ ਹੀ ਪਾ ਲਾਂਗੇ, ਆਖੋ ਸਤਨਾਮ, ਵੀ ਚਲੋ ਵੀ ਜਿੱਤੋਂ ਨਿਕਲਿਆ ਜਾਂਦਾ ਨਿਕਲ ਜਾਓ ਇੱਥੋਂ। ਤਲਵਾਰ ਦੇਖ ਕੇ, ਲਹੂ ਬਲੱਡ ਦੇਖ ਕੇ ਤਾਂ ਚੰਗੇ ਭਲੇ ਦਾ ਖੂਨ ਇੰਜ ਕਹਿ ਲਓ ਦਿਮਾਗ ਘੁੰਮ ਜਾਂਦਾ ਹੈ। ਤੇ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ, ਕਈਆਂ ਨੇ ਕੁਝ ਆਖਿਆ,
ਕਈਆਂ ਨੇ ਕੁਝ ਆਖਿਆ, ਜਿਵੇਂ ਜਿਵੇਂ ਤੁਸੀਂ ਸੋਚੋਗੇ, ਜਿਵੇਂ ਜਿਵੇਂ ਤੁਸੀਂ ਵੇਖੋਗੇ ਜਾਂ ਸੋਚੋਗੇ ਉਦਾਂ ਦਾ ਵੇਖੋਗੇ। ਕਹਿੰਦੇ ਹਿਲਜੁਲ ਸ਼ੁਰੂ ਹੋ ਗਈ, ਪਰ ਜਿਹੜੇ ਚੱਲੇ ਹੀ ਇਹ ਧਾਰ ਕੇ ਸੀ ਕਿ ਸੀਸ ਦੇਣਾ ਹੀ ਗੁਰੂ ਨੂੰ ਹੈ, ਉਹ ਨਹੀਂ ਹਿੱਲੇ। ਉੱਠ ਸਾਰੇ ਵੀ ਸਕਦੇ ਸਨ, ਪਰ 80,000 ਵਿੱਚੋਂ ਲੋੜ ਸਿਰਫ 5 ਦੀ ਸੀ, 5 ਦੀ। ਦਇਆ ਰਾਮ ਉਹਨੂੰ ਤੰਬੂ ਵਿੱਚ ਲੈ ਜਾਂਦੇ। ਇਤਿਹਾਸ ਤੁਸੀਂ ਸੁਣਿਆ, ਮੈਂ ਵਿੱਚੋਂ ਵਿੱਚੋਂ ਜੋ ਰਮਜ਼ਾਂ ਨੇ ਉਹ ਦੱਸਣ ਦੀ ਕੋਸ਼ਿਸ਼ ਕਰਦਾ। ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਆਉਂਦੇ ਨੇ, ਫਿਰ ਪਹਿਲੀ ਆਵਾਜ਼, ਦੂਜੀ ਆਵਾਜ਼, ਤੀਜੀ ਆਵਾਜ਼ ਦਿੰਦੇ ਨੇ, ਤਾਂ ਫਿਰ ਉੱਠ ਕੇ ਆ ਜਾਂਦਾ ਧਰਮ ਚੰਦ। ਆਪਾਂ ਦਿੱਲੀ ਕਹਿ ਦਿੰਦੇ, ਦਿੱਲੀ ਨਹੀਂ, ਦਿੱਲੀ ਦੇ ਲਾਗੇ ਹਸਤਨਾਪੁਰ, ਉੱਥੋਂ ਦਾ ਰਹਿਣ ਵਾਲਾ ਸੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੀ ਹੈ ਨਾਮ ਤੇਰਾ? ਕਹਿੰਦੇ ਜੀ ਧਰਮ ਚੰਦ। ਤੇ ਆਪਣੀ ਭੁੱਲ ਮੰਗਦਾ, ਦੂਜੇ ਨੂੰ ਨਹੀਂ। ਅਸੀਂ ਜੇ ਕੋਈ ਨੁਕਸਾਨ ਹੋ ਜੇ ਨਾ, ਮੈਂ ਹਮੇਸ਼ਾ ਅਰਜ਼ ਕਰਦਾ, ਤਾਂ ਅਸੀਂ ਨਾਲ ਦੀ ਨਾਲ ਸੋਚਦੇ ਵੀ ਨਾਂ ਕਿਹਦਾ ਲਾਈਏ। ਤੇ ਭਾਈ ਧਰਮ ਚੰਦ ਆਪਣੀ ਭੁੱਲ ਮੰਗਦਾ, ਪਾਤਸ਼ਾਹ ਪਹਿਲੀ ਆਵਾਜ਼, ਦੂਜੀ ਆਵਾਜ਼, ਮੈਨੂੰ ਖਿਮਾ ਕਰਿਓ, ਮੈਂ ਤੁਹਾਡੀਆਂ 2 ਆਵਾਜ਼ਾਂ ਅਣਸੁਣੀਆਂ ਕਰਤੀਆਂ ਤੇ ਹੁਣ ਉੱਠ ਕੇ ਆਇਆ, ਮੈਨੂੰ ਮਾਫ ਕਰ ਦਿਓ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਬਚਨ ਨਹੀਂ, ਮੋਢੇ ਤੋਂ ਪਕੜਦੇ ਨੇ, ਫਟਾਫਟ ਖਿੱਚ ਕੇ ਤੰਬੂ ਵਿੱਚ ਅੰਦਰ ਲੈ ਗਏ। ਉੱਥੇ ਵੀ ਫਿਰ ਸ਼ਮਸ਼ੀਰ ਚੱਲਣ ਦੀ ਖੜਾਕ ਆਵਾਜ਼ ਆਈ। ਮੈਂ ਰਾਤ ਵੀ ਅਰਜ਼ ਕੀਤੀ ਸੀ, ਫਿਰ ਕਰਦੇ ਹਾਂ, ਸੰਗਤਾਂ ਕਈ ਨਵੀਆਂ ਨੇ ਜਿਹੜੇ ਬੱਕਰਿਆਂ ਵਾਲੀ ਗੱਲ ਕਰਦੇ ਆ ਨਾ। ਵੈਸੇ ਬਾਦ ਵਿਵਾਦ ਦਾ ਵਿਸ਼ਾ ਹੈ, ਖੋਜੀ ਉਪਜੈ ਬਾਦੀ ਬਿਨਸੈ। ਪਾਤਸ਼ਾਹ ਕਹਿੰਦੇ ਜਿਹੜੇ ਖੋਜ ਕਰਨ ਵਾਲੇ ਨਾਮ ਉਹਨਾਂ ਦਾ ਰਹੇਗਾ, ਜਿਹੜੇ ਬਾਦੀ ਨੇ, ਜਿਹੜੇ ਗੁਰੂ ਦੀ ਗੱਲ ਤੇ ਕਿੰਤੂ ਕਰਦੇ ਨੇ, ਪਾਤਸ਼ਾਹ ਕਹਿੰਦੇ ਉਹਨੇ ਮਾਰੀ ਜਾਣਾ ਹੈ, ਉਹਨਾਂ ਜ਼ਮੀਰ ਕਰਕੇ ਵੀ ਤੇ ਉਹਨਾਂ ਸਰੀਰ ਕਰਕੇ ਵੀ। ਬਾਣੀ ਦੀ ਤੁਕ ਹੈ, ਖੋਜੀ ਉਪਜੈ ਬਾਦੀ ਬਿਨਸੈ। ਬਿਨਸੈ ਭਾਵ ਉਹਨੇ ਮਰ ਜਾਣਾ ਹੈ। ਸਤਿਗੁਰੂ ਅੰਦਰ ਲੈ ਗਏ, ਪਹਿਲੇ ਨੂੰ, ਦੂਜੇ ਨੂੰ, ਤੀਜੇ ਨੂੰ, ਚੌਥਾ, ਪੰਜਵਾਂ। ਇਹ 4 ਗੁਰੂ ਸਾਹਿਬ ਜੀ ਨੇ ਜਿਉਂਦੀਆਂ ਜਾਗਦੀਆਂ ਕਰਾਮਾਤਾਂ। ਸੱਚੇ ਪਾਤਸ਼ਾਹ ਧਰਮਚੰਦ ਨੂੰ ਵੀ ਲੈ ਗਏ। ਉਸ ਤੋਂ ਬਾਅਦ ਫਿਰ ਭਾਈ ਹਿੰਮਤ ਰਾਏ, ਫਿਰ ਮੋਹਕਮ ਚੰਦ, ਸਮਾਂ ਥੋੜਾ। ਉਸ ਤੋਂ ਬਾਅਦ ਭਾਈ ਸਾਹਿਬ ਚੰਦ ਜੀ। ਵੇਖੋ ਇਹਨਾਂ ਦੀਆਂ ਜਾਤਾਂ ਵੀ ਵੱਖਰੀਆਂ, ਇਹਨਾਂ ਦੇ ਗੋਤ ਵੀ ਵੱਖਰੇ ਸਨ, ਨਾਮ ਵੀ ਵੱਖਰੇ ਸਨ, ਇਹਨਾਂ ਦੇ ਪਿੰਡ ਵੀ ਵੱਖਰੇ ਸਨ। ਪਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦਇਆ ਆ ਗਈ, ਤੇ ਦਇਆ ਦੇ ਪਿੱਛੇ ਕਹਿੰਦੇ ਧਰਮ ਵੀ ਆ ਗਿਆ, ਕਿਉਂਕਿ ਦਇਆ ਤੇ ਧਰਮ ਦਾ ਬਹੁਤ ਨੇੜਤਾ ਸੰਬੰਧ ਹੈ। ਧੌਲ ਧਰਮ ਦਇਆ ਕਾ ਪੂਤ। ਪਾਤਸ਼ਾਹ ਕਹਿੰਦੇ ਜੇ ਦਇਆ ਆ ਗਈ, ਧਰਮ ਆ ਗਿਆ। ਕਹਿੰਦੇ ਧਰਮ ਦੇ ਪਿੱਛੇ ਹਿੰਮਤ ਵੀ ਤੁਰੀ ਆਉਂਦੀ ਹੈ। ਭਾਈ ਹਿੰਮਤ ਸਿੰਘ ਆ ਗਏ, ਤੇ ਹਿੰਮਤ ਦੇ ਨਾਲ ਨਾਲ ਕਹਿੰਦੇ ਮੋਹਕਮ ਵੀ ਆ ਗਿਆ। ਮੋਹ ਪਲੱਸ ਕੰਮ। ਕਹਿੰਦੇ ਇਹ ਧਰਮ ਮੇਰਾ ਤਾਂ ਹੀ ਚੱਲੇਗਾ ਜਿਹੜੇ ਗੁਰੂ ਨੂੰ ਅੰਦਰੋਂ ਸਮਰਪਿਤ ਹੋ ਕੇ, ਜਿਨ੍ਹਾਂ ਵਿੱਚ ਮੋਹ ਨਹੀਂ ਹੋਵੇਗਾ। ਜਿਹੜੇ ਮੋਹ ਵਾਲੇ ਲੋਕ ਨੇ ਨਾ, ਉਹ ਜੇ ਇਸ ਧਰਮ ਦੇ ਵਿੱਚ ਸ਼ਾਮਲ ਵੀ ਹੋ ਜਾਣਗੇ ਤਾਂ ਉਹ ਗੁਰੂ ਤੇ ਕੌਮ ਵਾਸਤੇ ਨਹੀਂ ਕੁਝ ਕਰ ਸਕਦੇ। ਉਹਨਾਂ ਕੌਮ ਵਾਸਤੇ ਕੀ ਕਰਨਾ, ਉਹ ਤਾਂ ਕੌਮ ਦੀ ਗੱਲ ਵੀ ਨਹੀਂ ਕਰ ਸਕਦੇ, ਉਹ ਤਾਂ ਕੌਮ ਦੀ ਗੱਲ ਵੀ ਨਹੀਂ ਸੁਣ ਸਕਣਗੇ। ਭਾਵ ਦਇਆ ਆ ਗਈ, ਧਰਮ ਆ ਗਿਆ, ਧਰਮ ਦੇ ਨਾਲ ਹਿੰਮਤ ਆ ਗਈ। ਧਰਮੀ ਬੰਦੇ ਹੀ ਹਿੰਮਤੀ ਹੁੰਦੇ ਨੇ, ਆਲਸੀ ਬੰਦੇ ਕੋਈ ਨਹੀਂ ਹਿੰਮਤੀ ਹੁੰਦੇ। ਕਹਿੰਦੇ ਦਇਆ ਆ ਗਈ, ਧਰਮ ਆ ਗਿਆ, ਹਿੰਮਤ ਆ ਗਈ। ਤੇ ਜਿਹਦੇ ਕੋਲ ਹਿੰਮਤ ਹੋਵੇ ਉਹਦੇ ਅੰਦਰ ਕਦੀ ਮੋਹ ਨਹੀਂ ਹੁੰਦਾ, ਤੇ ਜਿੱਥੇ ਮੋਹ ਨਾ ਹੋਵੇ ਉੱਥੇ ਸਾਹਿਬ ਆਪੇ ਹੀ ਆ ਜਾਂਦਾ ਹੈ। ਫਿਰ ਨਾਲ ਦੀ ਨਾਲ ਕਹਿੰਦੇ ਪੰਜਵਾਂ ਭਾਈ ਸਾਹਿਬ ਚੰਦ ਵੀ ਆ ਗਿਆ, ਤੇ ਸਾਰਿਆਂ ਨੂੰ ਤੰਬੂ ਵਿੱਚ ਲਗਾਏ। ਸਰੀਰ ਜਿਹੜਾ ਧੜ ਹੈ ਨਾ, ਧੜ ਤੋਂ ਸੀਸ ਵੱਖਰਾ ਕੀਤਾ ਗਿਆ। ਜਿਹੜਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪ੍ਰਤੱਖ ਰੂਪ ਦੇ ਵਿੱਚ ਮੰਨਦਾ ਹੈ, ਉਹ ਤਾਂ ਇਸ ਗੱਲ ਬਾਰੇ ਸੋਚਦਾ ਹੀ ਨਹੀਂ, ਬਾਕੀਆਂ ਦੀ ਗੱਲ ਛੱਡੋ। ਤੇ ਪੰਜਾਂ ਨੂੰ ਐਨ ਫਿਰ ਕਲਗੀਧਰ ਦਸ਼ਮੇਸ਼ ਪਿਤਾ ਜੀ ਸਾਹਮਣੇ ਲੈ ਆਉਂਦੇ ਨੇ। ਅਜੇ ਅੰਮ੍ਰਿਤ ਨਹੀਂ ਛਕਾਇਆ, ਅਜੇ ਧੜ ਤੋਂ ਵੱਖਰਿਆਂ ਕੀਤਾ ਹੈ। ਪੰਡਾਲ ਦੇ ਵਿੱਚ ਲੈ ਆਏ ਨੇ, ਤੇ ਪਾਤਸ਼ਾਹ ਜੀ ਕਹਿੰਦੇ ਗੁਰੂ ਕੀ ਸੰਗਤ ਇਹ ਮੇਰੇ 5 ਪਿਆਰੇ ਨੇ। ਪਿਆਰਾ ਲਫ਼ਜ਼ ਅਸੀਂ ਉਹਦੇ ਲਈ ਵਰਤਦੇ ਹਾਂ ਜਿਹਨੂੰ ਪਿਆਰ ਕਰਦੇ ਹੋਈਏ। ਤੇ ਕਈ ਦਫਾ ਘਰ ਵਿੱਚ ਜੇ ਝਗੜਾ ਹੋ ਜੇ ਨਾ, ਘਰ ਵਾਲੀ ਪਤੀ ਨੂੰ ਵੀ ਨਹੀਂ ਪਿਆਰਾ ਕਹਿੰਦੀ, ਇਹ ਵੀ ਤੁਹਾਨੂੰ ਪਤਾ। ਤੇ ਪਤੀ ਵੀ ਨਹੀਂ ਕਹਿੰਦਾ। ਜਿੱਥੇ ਪਿਆਰ ਮੁਹੱਬਤ ਨਾ ਹੋਵੇ,
प्यार लफ्ज वरते ही उत्थे जांदा है। बाणी दे बचन ने किन्नियां उदाहरणां दईए, हुण समा नहीं। पहले ही भाई साहब ने आख्या भी समा घट है। वैसे तो तुसीं वेख लो हुण 4 बजे तक आपां इत्थे पदार्थ ही छकने ने। जे 5 मिनट हो गए तो अखां जियां ना कड्डिओ, आखो सतनाम श्री वाहिगुरू। बेनती करा, सतगुरु सच्चे पातशाह ने 5 आखा मेरे 5 प्यारे ने। ते सतगुरु जी कहन लगे संगत जी इन्हां 5 ने हुण खंडे बाटे दा अमृत पहोल तैयार करनी है। लग्या सी ना कि साधड़ा तैयार करन, हुण बैठा जेल दे विच चुप करके रूह अफजा घोल के पियाता। ते तुसीं वेखो किन्ना कौम दा ते पब्लिक दा भी किन्ना नुकसान होया। गुरु गोबिंद सिंह महाराज जी दीयां रीसां करन वाले दी हालत यही हुंदी है। अजे भी मान लो कि करामात नहीं हुंदी, अजे भी कोई शक है। सुर नर मुनजन अमृत खोज दे, सो अमृत गुर ते पाया। जिहड़ा अमृत देवी देवतियां ने समुंदर विचों कढ के रिड़किया सी, इंद्र ने घड़ा भर लिया सी, उन्हें लुको लिया सी, उदों बाद सारे लड़के मर गए। पर गुरु अमरदास साहब सच्चे पातशाह कहते देवतियां नूं भी नहीं मिलिया। सिखो तुहाडे वड्डे भाग के तुहानूं मिल गया, तुसीं लै सकदे हो। सुर नर भाव मनुख की, देवी देवते की उन्हां नूं नहीं मिलिया, पर कहते गुरु नूं मिल गया। बेनती करदा जावां, कहते धन गुरु गोबिंद सिंह महाराज सच्चे पातशाह ने जिहड़े वेखो अमृत जो छकाया जाता, कल्ली कल्ली गल गुरु गोबिंद सिंह महाराज जी दी एक इंज कह लो अध्यात्मक एक विग्यानक ढंग की सोच सी। 5 ही प्यारे ने, 5 ही जातां ने ते 5 ही वक्खो वख एरिए दिशावां तो चल के आए ने। ते जो अमृत तैयार किया 5 चीज़ां ही वरतियां गईयां। सब तो पहला लोहे का सरबलोह का बाटा, सोने का बाटा की गुरु दे कोल नहीं सी, हो सकता सी। बाल्टी भी रख सकते सन, कोई गड़बी होर वस्तु भी रख सकते सन। लोहे का बाटा तां रखा गया क्योंकि बाटे का मूँह खुला हुंदा है, बाटा बिल्कुल खुला हुंदा है। पातशाह कहते जिहड़ा सिख मेरा अमृत छक ले उहदा हिरदा बाटे वांगू खुला होना चाहिए, उहदी सोच सौड़ी नहीं होनी चाहिए, खुली सोच। बिच फिर सरबलोह का खंडा, कलगीधर दशमेश पिता जी बीरस आसन होके प्रकरण लंबा हो जाना। फिर जिहड़ा फिर अमृत की दात लैंदा है उन्होंने आख्या गया जिहड़ियां हत्थां दीयां उंगलां इहदे विच विरला नहीं होणियां चाहीदियां। विरला अमृत थल्ले ना डुले, जे विरला होणगियां वो सिखो विरला तां तुहाडे विच पहले ही बहुत ने विथां। पातशाह कहंदे जदों अमृत छक लईए उदों विथां खत्म हो जांदियां ने, उदों विथां उदों बन जांदा है जब लग खालसा रहे न्यारा। न्यारे तो भाव नहीं भी किसी को बुलाना नहीं भी मैं अमृत छक लिया भी मैं नहीं तेनों बुलाऊंदा। न्यारो तो भाव है तुहाडी सोच दूजियां नालों वखरी होनी चाहिए है। किसी नाल कोई घिरना नहीं करनी, जिहड़ी मर्जी जात पात दा गोला कारा जिहड़ा मर्जी जिद्दां दा भी है, बस अपनी सोच न्यारी रखनी है। कलामे दे विच सारियां नूं लेना है, क्योंकि मेरा गुरु कहंदा है साच कहूं सुन लिओ सबे जिन प्रेम कियो तिन ही प्रभ पायो। एक एक महत्वपूर्ण गल है गुरु दे अमृत छकाउण दे विच। तो मेरे सतगुरु सच्चे पातशाह ने खालसा पंथ दी साजना की। आने वाले समय में कुछ प्रकार रह गए हैं, वो मैं फिर बेनती करांगा पातशाह जी मेहर करन, किरपा करन आप समुचियां संगतां नूं खालसा साजना दिवस वैसाखी दे दिहाड़े दियां बहुत बहुत वधाइयां होण। मेरे वीर जगतार सिंह जी जग्गी जस टीवी वाले, इन्हां दा भी बहुत बहुत धन्नवाद है जिन्हां ने अपने इस जस टीवी चैनल राही माध्यम दे राही ये सारे संगत दे इस प्रोग्राम नूं गदरी बाबियां दे इतिहासक अस्थान तो इन्होंने सारा लाइव किया है। इन्होंने मैं बेनती करूँगा काफ़ी चिर बाद आयो गेड़ा जा मारते रहा करो। गुरु दियाँ बेअंत बख्शिशां तुहानूं मिलणगियां। सतगुरु जी मेहर करन जी, बख्शो असीस बुलाओ फतेह। वाहिगुरू जी का खालसा वाहिगुरू जी की फतेह। जब लग खालसा रहे लियारा, तब लग तेज देहूं मैं सारा। जब ए गहे विपरन की रीत, मैं ना करो इनकी प्रतीत। गुरु प्यारे साध संगत जी, वाहिगुरू जी का खालसा वाहिगुरू जी की फतेह। धन्यवाद है भाई साहब भाई गुरसेवक सिंह गुणा का, जिन्होंने कथा नाल हाजिरी लगाई। जो भाई साहब जी ने कहा कि फतेह बुलाई वाहिगुरू जी का खालसा वाहिगुरू जी की फतेह,
ਉਹਨੇ ਕਿਹਾ ਵੀ ਦੱਸੋ ਇਹਦੇ ਵਿੱਚ ਕਿਹੜੇ ਬਾਬੇ ਦਾ ਨਾਮ ਆਇਆ। ਕੋਈ ਦੱਸ ਸਕਦਾ ਸੰਗਤ ਦੇ ਵਿੱਚੋਂ ਕਿਹੜੇ ਬਾਬੇ ਦਾ ਨਾਮ ਆਇਆ? ਨਹੀਂ ਤਾਂ ਨਹੀਂ ਪਤਾ ਹਨ। ਉਹਦੇ ਵਿੱਚ ਬਾਬੇ ਦਾ ਨਾਮ ਹੈ। ਸਭ ਤੋਂ ਵਧੀਆ ਆਨਸਰ ਸੀਗਾ ਰਾਜਨ ਸਿੰਘ ਗਰੇਵਾਲ ਦਾ। ਮੈਂ ਬਾਰ-ਬਾਰ ਕਹਿੰਦਾ ਨੇਤਰਾਂ ਵਾਲਿਓ, ਉਹ ਬਗੈਰ ਨੇਤਰਾਂ ਤੋਂ ਗੁਰੂ ਸਾਹਿਬ ਨੂੰ ਦੇਖਣਾ ਸ਼ੁਰੂ ਕਰ ਦਿਓ। ਤੁਸੀਂ ਨੇਤਰਾਂ ਨਾਲ ਦੇਖ ਕੇ ਆਪਣਾ ਆਸ਼ੀਰਵਾਦ ਵਿਗਾੜ ਲਿਆ। ਅਸੀਂ ਨੇਤਰਾਂ ਨਾਲ ਦੇਖਦੇ ਖਾਲਸੇ ਦਾ ਆਸ਼ੀਰਵਾਦ ਵਿਗਾੜ ਲਿਆ। ਰਾਜਨ ਸਿੰਘ ਨੇ ਬੜੀ ਭਾਰੀ ਆਵਾਜ਼ ਦੇ ਵਿੱਚ ਪਿੱਛੇ ਕਿਹਾ ਕਿ ਇਹਦੇ ਵਿੱਚ ਬਾਬੇ ਵਾਹਿਗੁਰੂ ਦਾ ਨਾਮ ਹੈ, ਸਾਡੇ ਬਾਬੇ ਨਾਨਕ ਦਾ ਨਾਮ ਹੈ ਇਹਦੇ ਵਿੱਚ। ਰਾਈਟ, ਤੁਸੀਂ ਆਪਾਂ ਕਿੱਦਾਂ ਦੇਖਦੇ ਆ ਇਸ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਪਾਂ ਆਏ ਆ ਸਾਰੇ, ਆਪਾਂ ਅੱਖਾਂ ਵਾਲੇ ਆ, ਆਪਾਂ ਕਿੱਦਾਂ ਦੇਖਦੇ ਹਨ, ਇਹ ਕਿੱਦਾਂ ਫੀਲ ਕਰਦੇ ਆ, ਕਿੱਦਾਂ ਮਹਿਸੂਸ ਕਰਦੇ ਆ ਗੁਰੂ ਸਾਹਿਬ ਦੀ ਹੋਂਦ ਨੂੰ? ਕਦੀ ਇਸ ਤਰੀਕੇ ਨਾਲ ਮਹਿਸੂਸ ਕਰਕੇ ਦੇਖੋ, ਕਦੀ ਇਸ ਤਰੀਕੇ ਨਾਲ ਫੀਲ ਕਰਕੇ ਦੇਖੋ ਕਿ ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਆ। ਅਸੀਂ ਤਾਂ ਆਉਂਦੇ ਆ, ਮੱਥਾ ਟੇਕਦੇ ਆ, ਬਾਹਰ ਦੇਖਿਆ ਗਿਆ 4-5 ਜਣੇ ਖੜੇ ਆ, ਉਹਨਾਂ ਕੋਲ ਜਮਾ ਆ, ਖੜਨਾ ਆ, ਇੱਕ ਹੁਣ ਨਵਾਂ ਰਿਵਾਜ ਚੱਲਿਆ ਆ, ਪਿਆ ਪੜਦਾ ਆ, ਉਹ ਦੂਜੇ ਨਾਲ ਉਹੀ ਲੱਗਦਾ ਚਲੀਏ, ਦੂਜਾ ਨਾਲ ਵਾਰ ਪੈਂਦਾ, ਉਹ ਵੀ ਨਹੀਂ ਦੇਖਦਾ। ਮੈਂ ਬਖਸ਼ੇ ਰਹਿਣ ਆਇਆ ਸੀ, ਮੈਂ ਆਇਆ ਤਾਂ ਗੁਰੂ ਨੂੰ ਮੈਂ ਨਹੀਂ ਸੀਗਾ ਤੇ ਮੈਂ ਇਹਦੇ ਕਰਕੇ ਨਾਲ ਹੀ ਤੁਰ ਪਿਆ। ਇਸ ਕਰਕੇ ਆਪਣੇ ਆਪ ਦਾ ਖਿਆਲ ਰੱਖੋ। ਤੁਸੀਂ ਸ਼ਹੀਦਾਂ ਦੇ ਇਸ ਮਹਾਨ ਅਸਥਾਨ ਦੇ ਉੱਤੇ ਆਏ ਹੋ, ਗੁਰੂ ਸਾਹਿਬ ਦੀ ਕਿਰਪਾ ਲੈਣ, ਬਖਸ਼ਿਸ਼ ਲੈਣ, ਦਇਆ ਲੈਣ, ਰਹਿਮਤ ਲੈਣ। ਖਾਲਸੇ ਦਾ ਸਾਜਨਾ ਦਿਵਸ ਆ, ਪੇਪਰ ਦੀਆਂ ਰੀਤਾਂ ਛੱਡ ਦਿਓ। ਜਦੋਂ ਭਾਈ ਸਾਹਿਬ ਬਾਬਾ ਸਟੇਜ ਤੋਂ ਕਹਿੰਦੇ ਆ ਨਾ ਕਿ ਘਰਾਂ 'ਚ ਜਾਂਦੇ ਆ, ਤੇਰੇ ਚੋਣੇ ਆ, ਆਪਣੇ ਮਨ ਵਿੱਚੋਂ ਡਰ ਕੱਢ ਦਿਓ। ਤਾਂ ਆਪਣੇ ਮਨਾਂ ਵਿੱਚ ਵਾਹਿਗੁਰੂ ਨੂੰ ਵਸਾਓ। ਕਿਉਂ ਬਾਬਾ ਬੜਾ ਡਰ ਆਪਣੇ ਅੰਦਰ ਵਸਾਈ ਬੈਠੇ ਆ ਤੇ ਜੇ ਅਸੀਂ ਇਦਾਂ ਨਾ ਕੀਤਾ ਤਾਂ ਗੁਰੂ ਸਾਹਿਬ ਦੇ ਨਾਰਾਜ਼ ਹੋ ਜਾਣਾ। ਪਿਆਰ ਕਰੋ ਗੁਰੂ ਸਾਹਿਬ ਨਾਲ। ਜਦੋਂ ਤੁਸੀਂ ਪਿਆਰ ਕਰਦੇ ਆ, ਉਹਦੇ ਆਪਣੇ ਪਿਆਰੇ ਦੀ ਦਿੱਤੀ ਹੋਈ ਨਿਸ਼ਾਨੀ ਨੂੰ ਬੰਦਾ ਸਾਂਭ ਰੱਖਦਾ ਕਿ ਅਸੀਂ ਆਪਣੇ ਘਰ ਸਾਂਭ ਰੱਖਦੇ ਆ, ਕਿ ਅਸੀਂ ਗਾੜੀ ਕੇ ਸਾਂਭ ਰੱਖਦੇ, ਕਿ ਅਸੀਂ ਕੇਸਾਂ ਦੀ ਬੇਹਤਰੀ ਨਹੀਂ ਕਰਦੇ। ਹੁਣ ਭਾਈ ਸਾਹਿਬ ਜੀ ਨੇ ਕੀਰਤਨ ਕਰਨਾ, 2 ਦਿਨ